अस्सलाम वालेकुम जी, की हाल है वीरिਆਂ ਦਾ? ठीक ठाक हो? कल ਅਸੀਂ ਸੀਗੇ ਜੀ ਗੁਜਰਾਂਵਾਲੇ ਦੀ ਧਰਤੀ ਤੇ। ਉੱਥੇ ਇੱਕ ਪਿੰਡ ਦੇ ਵਿੱਚ ਗਏ ਆ, ਉਹਦਾ ਪਤਾ ਚੱਲਿਆ ਜੀ ਬਹੁਤ ਵੱਡਾ ਪਿੰਡ ਆ। ਤੇ ਅੱਜ ਅਸੀਂ ਹੈਗੇ ਆ ਜੀ, ਰੱਬ ਸੋਹਣੇ ਨੇ ਡਿਊਟੀ ਲਾਈ ਆ ਵਿਹਾੜੀ ਦੇ ਵਿੱਚ, ਚੱਕ ਨੰਬਰ 24WB, ਚੱਕ ਨੰਬਰ 24WB ਦੇ ਵਿੱਚ। ਇਹ ਵੀ ਬਹੁਤ ਵੱਡਾ ਪਿੰਡ ਆ ਜੀ, ਕਿਉਂਕਿ ਮੈਂ ਅੰਦਾਜ਼ਾ ਇਸ ਚੀਜ਼ ਤੋਂ ਲਾਇਆ, ਇੱਕ ਤੇ ਇੱਥੇ ਖੜੇ ਸੀਗੇ ਤੇ ਮਗਰਬ ਦੀਆਂ ਅਜ਼ਾਨਾਂ ਹੋ ਰਹੀਆਂ, ਕਮੋਬੇਸ਼ 5-6 ਅਜ਼ਾਨਾਂ ਦੀਆਂ ਜਿਹੜੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਪਈਆਂ। ਤੇ ਪਿੰਡ ਵੀ ਬਹੁਤ ਵੱਡਾ ਆ, ਕੋਠੀਆਂ ਵੀ ਬਣੀਆਂ, ਸੋਲਰ ਪਲੇਟਾਂ ਵੀ ਲੱਗੀਆਂ, ਤਾਂ ਬੜਾ VIP ਸਿਸਟਮ ਵੀ ਆ। ਤੇ ਬੰਦੇ ਵੀ ਲੱਠੇ ਦੇ ਸੂਟ ਪਾ ਕੇ ਪਿੰਡ 'ਚ ਲੱਤ ਰੱਖ ਕੇ ਬੈਠੇ ਚੌਕਾਂ 'ਚ। ਤੇ ਬਾਬਾ ਜੀ ਤੁਹਾਡੀ ਇੱਥੇ ਇਹਨਾਂ ਨੇ ਪਿੰਡ ਵਾਲਿਆਂ ਨੇ ਕੋਈ ਮਦਦ ਨਹੀਂ ਕੀਤੀ? ਪਿੰਡ ਵਾਲਿਆਂ ਕੀ ਕਰਨੀ? ਹਾਂਜੀ, ਪਿੰਡ ਵਾਲਿਆਂ ਨੂੰ ਆਪਾਂ ਪੁੱਛਿਆ ਹੀ ਕੋਈ ਨਹੀਂ ਕਿਸੇ ਨੂੰ। ਨਹੀਂ ਤੁਸੀਂ ਨਹੀਂ ਪੁੱਛਿਆ ਤਾਂ ਲੋਕ ਆਇਆ ਨਹੀਂ ਕੋਈ ਵੀ? ਇਦਾਂ ਦੇ ਨਹੀਂ ਗਏ। ਹਾਂਜੀ, ਇੱਥੇ ਲੈਣਾ ਹੋਵੇ ਤਾਂ ਸੂਤ ਦਿੰਦੇ ਆ, ਸੂਤ ਲੈ ਲਓ ਫਿਰ ਜਿੰਨਾ ਮਰਜ਼ੀ। ਕੀ ਕਰਦੇ ਆ ਜੀ? ਸੂਤ ਪੈਸੇ ਲੈਣੇ ਨਾ, ਉਹ ਸੂਤ ਤੇ ਦਿੰਦੇ ਆ। ਸੂਤ ਤੇ ਪੈਸੇ ਦਿੰਦੇ ਆ? ਮਤਲਬ ਜੇ ਤੁਸੀਂ ਬੱਚੇ ਦਾ ਇਲਾਜ ਕਰਾਉਣਾ ਤੇ ਪਿੰਡ ਵਾਲਿਆਂ ਨੇ ਪੈਸੇ ਸੂਤ ਤੇ ਦੇਣੇ? ਸੂਤ ਤੇ ਦੇਣੇ ਆ। ਇਦਾਂ ਨਹੀਂ ਕੋਈ ਵੀ ਆ ਕੇ ਪੁੱਛਦਾ ਤੈਨੂੰ ਚਾਹੀਦੇ, ਕੋਈ ਨਹੀਂ। ਅੱਛਾ, ਨਹੀਂ ਤਾਂ ਮੈਂ ਉੱਥੇ ਇੰਨੀ ਦੂਰ ਕੀ ਲੈਣ ਜਾਣਾ ਸੀ। ਸੂਤ ਤੇ ਅੱਲਾ ਪਾਕ ਦੇ ਨਾਲ ਸਿੱਧੀ ਜੰਗ ਆ ਬਸ ਹੈ। ਇਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ? ਨਾ। ਇਹ ਕੀ ਦੁਬਾਰਾ ਦੱਸਿਓ, ਪਿੰਡ ਦਾ ਨੰਬਰ ਕੀ ਆ? 24 ਚੱਕ ਨੰਬਰ 24WB। 24WB। ਹਾਂਜੀ। ਹੁਣ ਇਹ ਬੱਚਾ ਜੀ, ਜਿਸ ਤਰ੍ਹਾਂ ਬਜ਼ੁਰਗਾਂ ਨੇ ਰਾਤੀ ਕਿਹਾ ਸੀ, ਇੱਕ ਤੇ ਅਚਾਨਕ ਉੱਥੇ ਗੱਡੀ ਦੀ ਬ੍ਰੇਕ ਲੱਗੀ ਸਟਾਪ ਤੇ, ਉੱਥੋਂ ਪੁੱਛਿਆ, ਉਹਨਾਂ ਨੇ ਕਿਹਾ ਜੀ ਵਾਕਿਆ ਹੀ ਹਾਈ ਰੂਫ ਦੇ ਨਾਲ ਇਹ ਐਕਸੀਡੈਂਟ ਹੋਇਆ। ਤੇ ਬੱਚੇ ਦੀ ਸਿਚੁਏਸ਼ਨ ਜਿਹੜੀ ਆ ਇਸ ਟਾਈਮ ਦੀ ਇਹ ਆ ਕਿ ਇੱਕ ਤੇ ਸ਼ੁਕਰ ਅੱਲਾ ਦਾ ਇਹ ਅਦਾ ਕਰਦੇ ਕਿ ਬੱਚਾ ਇਸ ਟਾਈਮ ਕੋਮੇ ਦੇ ਵਿੱਚ ਨਹੀਂ ਹੈ। ਤੇ ਦੂਸਰਾ ਇਹਦੀਆਂ ਲੱਤਾਂ ਜਿਹੜੀਆਂ ਜੀ, ਕਿਹੜੀ ਲੱਤ ਟੁੱਟੀ ਹੈ ਜੀ? ਸੱਜੀ ਦੋ ਜਗ੍ਹਾ ਤੋਂ। ਇੱਕ ਮਿੰਟ ਉੱਠ ਕੇ ਆਇਓ ਮਾੜਾ ਜਿਹਾ, ਤੁਸੀਂ ਮਾਮੂ ਲੱਗਦੇ ਆਇਓ ਜੀ। ਤੁਸੀਂ ਨਾਲ ਹਸਪੀਟਲ ਵੀ ਰਹੇ? ਹਾਂਜੀ ਹਸਪੀਟਲ। ਅੱਛਾ। ਤੇ ਆ ਦੋਨੇ ਲੱਤਾਂ ਫ੍ਰੈਕਚਰ ਆ ਜੀ। ਅੱਛਾ, ਇੱਥੇ ਜ਼ਖਮ ਸੀ ਤੇ ਜ਼ਖਮ ਠੀਕ ਹੋ ਗਿਆ। ਇੱਕ ਸਕਿੰਟ ਜੀ, ਮੈਂ ਤੁਹਾਡੇ ਕੋਲ ਮਾਈਕ ਲੈ ਆਵਾਂ। ਨਹੀਂ ਜ਼ਖਮ ਨਹੀਂ ਸਾਨੂੰ ਦਿਖਾਣਾ, ਤੁਸੀਂ ਵੈਸੇ ਵੀ ਦੱਸ ਸਕਦੇ, ਮੈਨੂੰ ਨਜ਼ਰ ਆ ਰਿਹਾ ਜੀ। ਦੋਨੇ ਲੱਤਾਂ ਫ੍ਰੈਕਚਰ ਆ ਇਹ। ਅੱਛਾ। ਇੱਕ ਲੱਤ ਜਿਹੜੀ ਹੈ ਥੱਲੇ ਵਾਲੀ ਜਿਹੜੀ ਬਰੀਕ ਹੱਡੀ, ਉਹ ਦੋ ਜਗ੍ਹਾ ਤੋਂ ਫ੍ਰੈਕਚਰ ਆ। ਅੱਛਾ। ਹਾਂਜੀ। ਤੇ ਉਹਨਾਂ ਨੇ ਕਿਹਾ ਜੀ ਜਿੰਨੀ ਦੇਰ ਇਹ ਹੋਸ਼ ਪੂਰਾ ਨਹੀਂ ਆ ਜਾਂਦਾ ਉਨੀ ਦੇਰ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ। ਅੱਛਾ। ਹਾਂਜੀ। ਤੇ ਮੋਟੀ ਹੱਡੀ ਬਚੀ ਆ? ਆ ਮੋਟੀਆਂ ਉਹ ਇੱਕ ਜਗ੍ਹਾ ਤੋਂ ਦੋਨੇ ਟੁੱਟੀਆਂ ਹੋਈਆਂ। ਮੋਟੀਆਂ? ਹਾਂਜੀ। ਅੱਛਾ। ਆ ਜਗ੍ਹਾ ਤੋਂ ਨਾ, ਇੱਥੋਂ ਤੇ ਇੱਥੋਂ, ਅੱਛਾ। ਇਹ ਦੋਨੇ ਹੱਡੀਆਂ ਟੁੱਟੀਆਂ ਹੋਈਆਂ। ਵੱਡੀਆਂ ਹੱਡੀਆਂ? ਵੱਡੀਆਂ ਹੱਡੀਆਂ। ਅੱਛਾ। ਬਰੀਕ ਜਿਹੜੀ ਹੈ ਥੱਲੇੋਂ ਦੋ ਜਗ੍ਹਾ ਤੋਂ ਟੁੱਟੀ ਹੋਈ ਹੈ। ਦੋਨਾਂ ਲੱਤਾਂ ਦੀ? ਇੱਕ ਲੱਤ ਦੀ। ਅੱਛਾ। ਤੇ ਦੂਜੀ ਲੱਤ ਦੀ? ਦੂਜੀ ਲੱਤ ਦੀ ਬਰੀਕ ਜਿਹੜੀ ਉਹ ਠੀਕ ਆ। ਅੱਛਾ। ਤੇ ਨਹੀਂ, ਉਹ ਦੂਜੀ ਬਰੀਕ ਜਿਹੜੀ ਉਹ ਇੱਕ ਜਗ੍ਹਾ ਤੋਂ ਟੁੱਟੀ ਹੋਈ ਹੈ, ਦੂਸਰੀ ਲੱਤ ਦੀ। ਅੱਛਾ। ਆਹ ਦੋ ਜਗ੍ਹਾ ਤੋਂ ਬਰੀਕ ਟੁੱਟੀ ਹੋਈ ਥੱਲੇੋਂ। ਠੀਕ ਹੈ। ਵੱਡੀ ਨਾਲ ਹੀ ਇੱਕ ਜਗ੍ਹਾ ਤੋਂ। ਠੀਕ ਹੈ। ਹਾਂਜੀ। ਤੇ ਹੋਰ ਕੀ ਮਸਲਾ ਬੱਚੇ ਨੂੰ? ਹੋਰ ਇਹਦਾ ਦੂਸਰਾ ਨੱਕ ਦੀ ਹੱਡੀ ਵੀ ਫ੍ਰੈਕਚਰ ਆ। ਅੱਛਾ। ਹਾਂਜੀ। ਤੇ ਬਾਕੀ ਜਿਹੜਾ ਵਾ ਕਿ ਇਹ ਤਕਰੀਬਨ 18 ਤੋਂ 19 ਘੰਟੇ ਬੋਲਦਾ ਰਿਹਾ ਸੀਗਾ, ਉਸ ਤੋਂ ਬਾਅਦ ਇਹ ਗਿਆ ਬੇਹੋਸ਼ੀ ਦੀ ਹਾਲਤ ਵਿੱਚ। ਅਸੀਂ ਇੱਥੋਂ ਮੁਲਤਾਨ ਚਲੇ ਗਏ, ਨਿਸ਼ਤਰ ਲੈ ਗਏ। ਇੱਥੇ ਅਸੀਂ ਨਾ ਬੁਖਾਰ ਹੋਇਆ ਇਹਨੂੰ ਬੱਚੇ ਨੂੰ, ਤੇ ਇਹਨਾਂ ਨੂੰ ਕਿਹਾ ਟੀਕਾ ਲਾ ਦਿਓ ਹਸਪਤਾਲ ਵਾਲਿਆਂ ਨੂੰ। ਉਹਨਾਂ ਨੇ ਪਤਾ ਨਹੀਂ ਨਸ਼ੇ ਦਾ ਟੀਕਾ ਲਾਤਾ, ਨਾਲ ਪੈਨਾਡਾਲ ਗੋਲੀ ਦੇ ਦਿੱਤੀ। ਇਹ ਬੱਚਾ ਬਿਲਕੁਲ ਉਸੇ ਟਾਈਮ ਕੰਡੀਸ਼ਨ ਜਿਹੜੀ ਇਹਨਾਂ ਕਿ ਬਾਹਾਂ ਨੂੰ ਐਂ ਕੜਾ ਦੇਣ ਲੱਗ ਪਿਆ ਦੇ ਕੇ, ਤੇ ਬੱਚੇ ਦਾ ਸਾਹ ਤੇਜ਼ ਹੋ ਗਿਆ ਤੇ ਬੱਚਾ ਬੇਹੋਸ਼ ਹੋ ਗਿਆ। ਇਹ ਅੱਛੀ ਕਾਰਗਰਦਗੀ ਕਿਹੜੇ ਹਸਪਤਾਲ ਨੇ ਦਿਖਾਈ? ਇਹ ਜੀ ਨਿਸ਼ਤਰ, ਅਸੀਂ ਨਿਸ਼ਤਰ ਇਹਨਾਂ ਨੇ ਸਾਨੂੰ ਐਡਮਿਟ ਕੀਤਾ। ਨਹੀਂ ਜਦੋਂ ਇਹ ਪਹਿਲੇ ਬੇਹੋਸ਼ੀ ਦਾ ਇੰਜੈਕਸ਼ਨ ਕਿਹਨੇ ਲਾਤਾ? ਬਿਹਾੜੀ ਵਾਲਿਆਂ ਨੇ, DHQ ਹਸਪਤਾਲ ਵੱਡਾ। ਤੇ ਉਹਨੂੰ ਡਾਕਟਰ ਨੂੰ ਨਹੀਂ ਪਤਾ ਸੀ ਵੀ ਉਹਦੀ ਸਿਚੁਏਸ਼ਨ ਕੀ ਹੈ? ਅਸੀਂ ਉਹਨਾਂ ਨੂੰ ਜਾ ਕਹਿੰਦੇ ਨਹੀਂ ਜੀ, ਜਿਹੜਾ ਅਸੀਂ ਇੰਜੈਕਸ਼ਨ ਅੱਗੇ ਲਾ ਰਹੇ ਹਾਂ ਨਾ ਦਰਦ ਦਾ, ਉਹ ਇੰਜੈਕਸ਼ਨ ਲਾਇਆ ਸੀ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਬਸ ਇਹਨਾਂ ਨੇ ਫਿਰ ਸਾਨੂੰ ਰਿਚਾਰਜ ਕਰਤਾ ਮੁਲਤਾਨ। ਅਸੀਂ ਮੁਲਤਾਨ ਚਲੇ ਗਏ। ਉਹਨਾਂ ਨੇ ਡਿਸਚਾਰਜ ਕੀਤਾ ਜਾਂ ਰੈਫਰ ਕੀਤਾ? ਰੈਫਰ ਕਰਤਾ ਨਾ ਸਾਨੂੰ ਮੁਲਤਾਨ। ਅਸੀਂ ਮੁਲਤਾਨ ਚਲੇ ਗਏ। ਉੱਥੇ ਜਾਂਦੇ ਹੀ ਉਹਨਾਂ ਨੇ ਪਹਿਲੇ ਉਹਨਾਂ ਨੇ ਕਿਹਾ ਜੀ ਸਾਈਨ ਕਰੋ, ਸਾਹ ਦੀ ਨਾਲੀ ਕੱਢਣੀ ਪਏਗੀ ਇੱਥੋਂ ਗਲ ਦੇ ਵਿੱਚੋਂ। ਅੱਛਾ। ਹਾਂਜੀ। ਉਹ ਗਲ ਦੇ ਵਿੱਚ ਉਹਨਾਂ ਨੇ ਸਾਹ ਦੀ ਨਾਲੀ ਕੱਢੀ, ਉਸੇ ਟਾਈਮ ਹੀ ਅਸੀਂ ਸਾਈਨ ਕੀਤੇ ਕਰਕੇ ਮੁੜ ਕੇ ਜੀ ਤਕਰੀਬਨ 4-5 ਦਿਨ ਅਸੀਂ ਸਰਜੀਕਲ ਵਾਰਡ 'ਚ ਰਹੇ। ਸਾਨੂੰ IC ਰੂਮ ਦੇ ਵਿੱਚ ਬੈੱਡ ਨਹੀਂ ਮਿਲਿਆ। ਚਾਰਾਂ ਕੁ ਦਿਨਾਂ ਤੋਂ ਬਾਅਦ ਸਾਨੂੰ IC ਰੂਮ ਬੈੱਡ ਮਿਲਿਆ। ਫਿਰ ਉਹਦੇ ਸ਼ਿਫਟ ਹੋ ਗਿਆ। ਤਕਰੀਬਨ 20-22 ਦਿਨ ਅਸੀਂ IC ਰੂਮ ਦੇ ਵਿੱਚ ਗਏ ਹਾਂ, ਤੇ ਉੱਥੇ ਜਾ ਕੇ ਅੱਲਾ ਖੈਰ ਕਰੇ ਕੁਛ ਨਾ ਫਿਰ ਬਿਹਤਰੀ ਆਉਂਦੀ, ਕਿਉਂਕਿ ਵੈਂਟੀਲੇਟਰ ਲੱਗਾ ਸੀ, ਉਹ ਲੱਥਿਆ ਵਾ, ਸਾਹ ਸੈੱਟ ਹੋਇਆ। ਫਿਰ ਉਹਨੇ ਆਕਸੀਜਨ ਲੱਗੀ ਸੀ, ਉਹ 2 ਦਿਨਾਂ ਤੋਂ ਬਾਅਦ ਮੁੜ ਕੇ ਲੱਥੀ। ਫਿਰ 2-3 ਦਿਨ ਉਹਨਾਂ ਨੇ ਵੇਖਿਆ ਜੀ ਕਿ ਨਾ ਸਾਹ ਬਿਲਕੁਲ ਠੀਕ ਹੈ। ਫਿਰ ਉਹਨਾਂ ਨੇ 9 ਨੰਬਰ ਸਰਜੀਕਲ ਵਾਰਡ 'ਚ ਸ਼ਿਫਟ ਕਰ ਦਿੱਤਾ। ਉਹਦਾ ਸ਼ਿਫਟ ਕੀਤਾ ਉਹਨਾਂ ਨੇ। ਫਿਰ ਆਖਿਆ ਦਿਮਾਗ ਵਾਲਿਆਂ ਨੂੰ, ਤਕਰੀਬਨ 4-5 ਵਾਰੀ ਅਸੀਂ ਦਿਮਾਗ ਵਾਲੀ ਵਾਰਡ 'ਚ ਗਏ ਹਾਂ।
ਉਹਨਾਂ ਨੇ ਆਖਿਆ ਜੀ ਕਿ ਬਿਲਕੁਲ ਇਹਦਾ ਜਿਹੜਾ ਨਾ ਦਿਮਾਗ ਦੇ ਆਪਰੇਟ ਨਹੀਂ ਹੈ ਇਹਦਾ, ਇਹ ਇਦਾਂ ਹੀ ਇਨਸ਼ਾਅੱਲਾ ਹੌਲੀ ਹੌਲੀ ਕਵਰ ਹੋਏਗਾ। ਅੱਲਾਹ ਤਾਲਾ ਖੈਰ ਕਰੇਗਾ ਇਹ ਦਵਾਈਆਂ ਜ਼ਰੀਏ। ਇਹਦੀ MRI ਵਗੈਰਾ ਕਰਵਾਈ ਆ? ਹਾਂਜੀ, MIR ਵੀ ਹੋਇਆ, CT ਸਕੈਨ ਵੀ ਹੋਇਆ, ਐਕਸਰੇ ਸਾਰੇ ਹੀ ਹੋਇਆ ਤਕਰੀਬਨ ਡਬਲ। ਤੇ ਕੀ ਕਹਿੰਦੇ ਡਾਕਟਰ ਹਿਸਟਰੀ ਨੂੰ ਦੇਖ ਕੇ? ਡਾਕਟਰ ਉਹ ਕਹਿੰਦੇ ਜੀ ਬਿਲਕੁਲ ਠੀਕ ਆ, ਜਿਹੜੇ MIR CT ਸਕੈਨ ਮਾੜੀ ਮੋਟੀ ਉਹਦੇ ਸੋਜ਼ਸ਼ ਸੀਗੀ, ਲੇਕਿਨ ਉਹ ਅੱਲਾ ਖੈਰ ਕਰੇ ਹੁਣ ਇਨਸ਼ਾਅੱਲਾ ਇਹ ਬਿਹਤਰੀ ਆਏਗੀ, ਕਿਉਂਕਿ ਇਹਦੇ 'ਚ ਪ੍ਰੇਅਰ ਨਹੀਂ ਹੈ ਸੀ। ਇਹ ਇਸ ਟਾਈਮ ਮੈਂ ਦੇਖ ਰਿਹਾ ਕਿ ਉਹ ਸਾਨੂੰ ਦੇਖ ਕੇ ਉਹ ਫੀਲਿੰਗ ਦੇ ਰਿਹਾ ਰੋਣੇ ਵਾਲੀ। ਹਾਂਜੀ ਹਾਂਜੀ ਠੀਕ ਆ, ਹਾਂਜੀ ਪਰੇਸ਼ਾਨੀ ਦੀ ਫੀਲਿੰਗ ਦੇ ਰਿਹਾ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਠੀਕ ਆ ਮੇਰਾ ਪੁੱਤ। ਤੂੰ ਨਾਮ ਕੀ ਆ? ਮੁਹੰਮਦ ਰਿਆਨ। ਰਾਨ ਮੁਹੰਮਦ ਰਿਆਨ। ਤੂੰ ਠੀਕ ਆ? ਅਸੀਂ ਕਰਕੇ ਆਏ ਆ ਰਾਬਤਾ ਡਾਕਟਰਾਂ ਦੇ ਕੋਲੋਂ। ਠੀਕ ਆ, ਉਹ ਕਹਿੰਦੇ ਤੂੰ ਠੀਕ ਆ ਬਿਲਕੁਲ, ਸਿਰ ਤੇਰਾ ਬਿਲਕੁਲ ਠੀਕ ਆ, ਲੱਤਾਂ ਤੇਰੀਆਂ ਜਿਹੜੀਆਂ ਉਹ ਠੀਕ ਕਰਵਾਉਂਦੇ ਆ, ਸਾਹ ਵਾਲੀ ਨਾਲੀ ਤੇਰੀ ਉਤਰ ਜਾਣੀ ਆ, ਤੇ ਤੂੰ ਇਨਸ਼ਾਅੱਲਾ ਤਾਲਾ ਇਹ ਠੀਕ ਹੋ ਜਾਣਾ, ਬੋਲਣ ਲੱਗ ਪੈਣਾ ਹੈ। ਬੋਲਦਾ ਨਹੀਂ? ਹਾਂ ਗੱਲ ਸੁਣਦਾ ਪਿਆ। ਇਹ ਕੀ ਲੱਗਦੇ ਨੇ ਤੇਰੇ? ਤੇਰੇ ਬਾਬਾ ਕਿੱਧਰ ਆ? ਅੱਬੂ ਤੇਰੇ ਕਿੱਧਰ ਆ? ਅੱਬੂ ਤੇਰੇ ਕਿੱਧਰ ਆ? ਇਸ਼ਾਰਾ ਕਰਕੇ ਦੱਸ ਤਾ ਅੱਬੂ ਕਿੱਧਰ ਆ? ਕਿੱਧਰ ਆ? ਇਸ਼ਾਰਾ ਕਰਕੇ ਦੱਸ ਤਾ ਕਿੱਧਰ ਆ ਅੱਬੂ? ਇਸ਼ਾਰਾ ਕਰਕੇ ਦੱਸ। ਕਰ ਸਕਦਾ? ਸ਼ਾਬਾਸ਼, ਕਰ 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 ਇਸ਼ਾਰਾ, ਕਰ 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 ਸਕਦਾ ਮੇਰਾ ਪੁੱਤ। ਹੱਥ ਨੂੰ ਮੂਵਮੈਂਟ ਦੇ ਰਿਹਾ। ਹਾਂਜੀ। ਇਹ ਬਾਜ਼ੂ ਹਰਕਤ ਨਹੀਂ ਕਰਦੇ ਪਏ, ਕੀ ਮਸਲਾ? ਬਾਜ਼ੂ ਬਸ ਜੇ ਇੰਨੀ ਕਿ ਕਮਜ਼ੋਰੀ ਦੀ ਵਜ੍ਹਾ ਤੋਂ ਮੈਨੂੰ ਲੱਗਦਾ ਇੰਨੀ ਕੀ ਹਰਕਤ ਕਰ। ਅਸੀਂ ਉੱਥੋਂ ਜਿੱਦਣ ਲੈ ਕੇ ਆਏ ਆ ਨਾ ਹਾਂ ਮਲਤਾਨੋਂ, ਅੱਜ ਸਾਨੂੰ ਤਕਰੀਬਨ 5ਵਾਂ ਦਿਨ ਆ, ਹਾਂ ਤੇ ਉਦੋਂ ਤੱਕ ਤਕਰੀਬਨ ਨਾ ਕੋਈ ਨਹੀਂ ਹਜੇ ਐਡੀ ਹਰਕਤ ਸੀ। ਮਾਸ਼ਾਅੱਲਾ ਉਦੋਂ ਦਾ ਘਰੇ ਲਿਆਂਦਾ ਵਾ, ਘਰੇ ਆ ਕੇ ਫਿਰ ਇਹਨੂੰ ਕਿ ਜੂਸ ਵਗੈਰਾ ਤੇ ਯਖਨੀ ਵਗੈਰਾ ਦੇ ਰਹੇ ਨੇ, ਤੇ ਇਨਸ਼ਾਅੱਲਾ ਉਹਦੇ ਨਾਲ ਕਾਫੀ ਬਿਹਤਰੀ ਆਈ ਹੈ। ਅੱਛਾ। ਹਾਂਜੀ। ਤੇ ਡਾਕਟਰ ਇਹਦਾ ਕੀ ਕਹਿ ਰਹੇ ਆ, ਮਤਲਬ ਆ ਲੱਤਾਂ ਦੇ ਆਪਰੇਸ਼ਨ ਦਾ ਕੀ ਕਹਿ ਰਹੇ ਆ? ਡਾਕਟਰ ਸਾਹਿਬ ਕਹਿੰਦੇ ਸੀਗੇ ਕਿ ਨਾ ਜਿੰਨੀ ਦੇਰ ਇਹ ਦਿਮਾਗ ਵੱਲੋਂ ਬਿਲਕੁਲ ਠੀਕ ਨਾ ਹੋਇਆ ਉਨੀ ਦੇਰ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ। ਉਹ ਕਹਿੰਦੇ ਸੀ ਕਿ ਸਰਜੀਕਲ ਵਾਰਡ ਵਾਲਿਆਂ ਨੂੰ ਕਹੋ ਕਿ ਸਾਨੂੰ ਲਿਖ ਕੇ ਦੇਣ ਤੇ ਅਸੀਂ ਫਿਰ ਨਸ਼ਾ ਦੇ ਕੇ ਆਪਰੇਸ਼ਨ ਕਰ ਦਾਂਗੇ। ਉਹਨਾਂ ਨੇ ਕਿਹਾ ਯਾਰ ਨਸ਼ਾ ਤੁਸੀਂ ਜ਼ਿੰਮੇਵਾਰੀ ਚੱਕੋ ਕਿ ਨਸ਼ੇ ਦੀ, ਤੇ ਅਸੀਂ ਇਹਨੂੰ ਨਸ਼ਾ ਦੇ ਕੇ ਅਸੀਂ ਨਸ਼ਾ ਦੇ ਕੇ ਤਾਂ ਪਹਿਲੇ ਮੇਰਾ ਖਿਆਲ ਮਸਲਾ ਬਣਿਆ ਨਾ। ਹਾਂਜੀ। ਉਹ ਕਹਿੰਦੇ ਅਸੀਂ ਇਹਨੂੰ ਜਿੰਨੀ ਦੇਰ ਇਹ ਦਿਮਾਗ ਵੱਲੋਂ ਬਿਲਕੁਲ ਠੀਕ ਨਹੀਂ ਹੋ ਜਾਂਦਾ ਉਨੀ ਦੇਰ ਅਸੀਂ ਇਹਦਾ ਆਪਰੇਸ਼ਨ ਹੀ ਲੱਤਾਂ ਦਾ ਕਰ ਸਕਦੇ। ਨਸ਼ੇ ਤੋਂ ਬਗੈਰ ਆਪਰੇਟ ਨਹੀਂ ਹੋ ਸਕਦਾ। ਹਾਂਜੀ ਨਸ਼ੇ ਤੋਂ ਬਗੈਰ ਆਪਰੇਟ ਨਹੀਂ ਹੁੰਦਾ। ਹਾਂਜੀ। ਨਸ਼ੇ ਦੇ ਨਾਲ ਰਿਸਕ ਆ। ਉਹ ਕਹਿੰਦੇ ਕਿ ਹਜੇ ਆਪਰੇਟ ਇਹਦਾ ਨਹੀਂ ਹੋ ਸਕਦਾ ਜਿੰਨੀ ਦੇਰ ਇਹ ਦਿਮਾਗ ਵੱਲੋਂ ਬਿਲਕੁਲ ਠੀਕ ਨਾ ਆਇਆ। ਬਾਜ਼ੂ ਆਪਾਂ ਆਵਾਜ਼ ਮਾਰੀਏ, ਬਾਜ਼ੂ ਚੱਕੇ, ਫੁੱਲ ਆਵਾਜ਼ ਮਾਰੀਏ, ਆਪਾਂ ਇਹ ਮੂੰਹ ਖੋਲੇ। ਕੁਝ ਕਹਿ ਰਿਹਾ ਹੱਥਾਂ ਦੇ ਨਾਲ? ਕੀ ਕਹਿ ਰਿਹਾ ਮੇਰਾ ਵੀਰਾ? ਇਹ ਉਹ ਚੀਜ਼ ਦੀ ਉਂਗਲੀਆਂ ਦੇ ਨਾਲ ਇਸ਼ਾਰਾ ਕਰਕੇ ਦੱਸਤਾ ਬਾਬਾ ਤੇਰੇ ਕਿੱਧਰ ਆ, ਅੱਬੂ ਤੇਰੇ ਕਿੱਧਰ ਆ, ਦੱਸ। ਹੈ ਉਂਗਲੀ ਨਾਲ ਇਸ਼ਾਰਾ ਕਰਕੇ ਮੇਰਾ ਪੁੱਤ ਦੱਸਤਾ ਕਿੱਧਰ ਆ? ਇੱਧਰ ਆ। ਅੱਛਾ, ਉਹ ਸੱਜਾ ਹੱਥ ਵੀ ਹਿਲਾਉਂਦਾ ਵਾ। ਹੂੰ। ਤੇ ਛੋਟੇ ਭਾਈ ਦਾ ਕੀ ਨਾਂ ਆ? ਅਦਨਾਨ ਅਦਨਾਨ ਕਿੱਧਰ ਆ? ਅਦਨਾਨ, ਉਹ ਦੇਖ ਉਧਰ। ਅਦਨਾਨ ਉਧਰ ਹੀ ਰਹਿ। ਅਦਨਾਨ ਕਿੱਧਰ ਆ? ਦੱਸ ਰਿਹਾ ਇਸ਼ਾਰੇ ਨਾਲ, ਸਿਰ ਨਾਲ ਇਸ਼ਾਰੇ ਦੇ ਰਿਹਾ। ਤੇ ਡਾਕਟਰ ਹੁਣ ਅਗਲਾ ਪ੍ਰੋਸੀਜਰ ਇਹਦਾ ਕੀ ਕਹਿ ਰਿਹਾ? ਮਤਲਬ ਹੁਣ ਸਾਨੂੰ ਕੀ ਕਰਨਾ ਪਏਗਾ, ਜਿਹਦੇ ਲਈ ਬਾਬਾ ਜੀ ਜਾ ਕੇ ਸਰਾਭੇ ਪਿੰਡ ਦੇ ਵਿੱਚ ਸਾਰੀ ਰਾਤ ਫਿਰਦੇ ਰਹੇ ਆ, ਸਾਰਾ ਦਿਨ ਫਿਰਦੇ ਰਹੇ ਆ, ਤੇ ਇੱਥੋਂ ਲਾਚਾਰ ਹੋ ਕੇ ਉੱਥੇ ਗਏ ਆ, ਤੇ ਉੱਥੇ ਵਾਲਿਆਂ ਨੇ ਵੀ ਕੋਈ ਗੱਲ ਨਹੀਂ ਸੁਣੀ। ਹੁਣ ਸਾਨੂੰ ਦੱਸੋ ਵੀ ਅਸੀਂ ਵੀ ਟੋਭੇ ਹੀ ਆਏ ਆ, ਵੀ ਇਹਦੇ ਲਈ ਕੀ ਕਰਨਾ ਪਏਗਾ ਕਿ ਜਿਹੜਾ ਇਸ ਬੱਚੇ ਨੂੰ ਅਸੀਂ ਵਾਪਸ ਇਹਦੀ ਜ਼ਿੰਦਗੀ 'ਚ ਲਿਆ ਸਕੀਏ? ਅਜੇ ਤੱਕ ਤਾਂ ਸਰ ਜਿਹੜਾ ਹੈ ਨਾ ਕਿ ਜਿੰਨੀ ਦੇਰ ਇਹਦਾ ਇਹ ਆਪਣਾ ਦਿਮਾਗ ਵੱਲੋਂ ਬਿਲਕੁਲ ਫਰੈਸ਼ ਨਹੀਂ ਹੁੰਦਾ, ਬਾਜ਼ੂ ਆਪਣੇ ਇਹਦੇ ਹਰਕਤ 'ਚ ਪੂਰੇ ਨਹੀਂ ਆਉਂਦੇ, ਇਹ ਅਗਲੇ ਬੰਦੇ ਨੂੰ ਇਸ਼ਾਰਾ ਕਰਕੇ ਬੁਲਾਵੇ ਜਾਂ ਅਗਲੇ ਬੰਦੇ ਨੂੰ ਇਸ਼ਾਰਾ ਕਰੇ, ਉਨੀ ਦੇਰ ਜਿਹੜਾ ਨਾ ਡਾਕਟਰ ਨੇ ਇਹਦਾ ਕੁਝ ਨਹੀਂ ਕਰਨਾ। ਕਿ ਆਪਾਂ ਕਹੀਏ ਨਾ ਲੱਤਾਂ ਦਾ ਇਹਦਾ ਕਰ ਦੇਵੇ, ਲੱਤਾਂ ਦਾ ਉਹਨਾਂ ਨੇ ਕੁਝ ਨਹੀਂ ਕਰਨਾ। ਉਹਨਾਂ ਨੇ ਡਾਕਟਰਾਂ ਨੇ ਆਖਿਆ, ਉਹਨਾਂ ਨੇ ਆਖਿਆ ਜੀ ਇਹਨੂੰ ਘਰੇ ਤੁਸੀਂ ਖੁਰਾਕ ਦਿਓਗੇ ਨਾ ਉਹਦੇ ਨਾਲ ਹੀ ਇਹ ਬਿਹਤਰੀ ਆਣੀ। ਹੁਣ ਤੁਸੀਂ ਕਹੋ ਨਾ ਕਿ ਇੱਥੇ ਅਸੀਂ ਹੁਣ ਮੈਡੀਸਨ ਲਾ ਰਹੇ ਇੱਕ ਅਸੀਂ ਪਰ ਪਰਸਨੈਲਿਟੀ ਪੂਰੀ ਕਰ ਰਹੇ ਹਾਂ ਹਸਪਤਾਲ ਦੀ, ਇਹ ਖੁਰਾਕ ਦੇ ਜ਼ਰੀਏ ਇਨਸ਼ਾਅੱਲਾ ਅੱਲਾ ਨੇ ਕਵਰ ਕਰਨਾ। ਨਹੀਂ, ਖੁਰਾਕ ਆਖਰੀ ਹਾਲਤ ਕੋਈ ਨਹੀਂ ਨਾ ਹੈ ਵੀ ਹੁਣ। ਬਾਕੀ ਉਹਨਾਂ ਨੇ ਮੈਡੀਸਨ ਲਿਖ ਕੇ ਦਿੱਤੀ ਹੈ ਗੋਲੀਆਂ, ਉਹ ਮੈਡੀਸਨ ਲਿਆਂਦੀ ਉਹ ਅਸੀਂ ਖੁਰਾਕ ਦੇ ਜ਼ਰੀਏ ਪੀ ਕੇ ਦਿੰਦੇ ਹਾਂ। ਮੈਂ ਇਹ ਤਾਂ ਬਾਰ-ਬਾਰ ਪੁੱਛ ਰਿਹਾ, ਅਸੀਂ ਜ਼ਿਹਨ ਪਤਾ ਕੀ ਬਣਾ ਕੇ ਆਏ ਸੀ, ਅਗਰ ਇਸ ਬੱਚੇ ਨੂੰ ਕਿਤੇ ਲੈ ਕੇ ਅਸੀਂ ਜਾਂਦੇ ਆ, ਤੁਹਾਡੇ ਜ਼ਿਹਨ 'ਚ ਹੈ ਕਿਤੇ ਵੀ ਫਲਾਨੀ ਜਗ੍ਹਾ ਜਾਇਆ ਇਹਦਾ ਇਲਾਜ ਮੁਮਕਿਨ ਹੋ ਸਕਦਾ ਆ, ਅਸੀਂ ਲੈ ਕੇ ਚਲੇ ਜਾਂਦੇ ਆ, ਲੈ ਜਾਂਦੇ ਅਸੀਂ। ਇਹ ਹੁਣ ਤੁਸੀਂ ਘਰਦਿਆਂ ਨੇ ਇਹ ਸਾਡੇ ਨਾਲ ਸਟੈਂਡ ਲੈਣਾ ਆ ਵੀ ਇਸ ਬੱਚੇ ਨੂੰ ਅਸੀਂ ਆਇਆ ਕਿ ਲੈ ਜਾਈਏ, ਇਹਦਾ ਇਲਾਜ ਜਿਹੜਾ ਆ
ਉਹ ਕਿਤੇ ਪੋਸੀਬਲ ਹੈ ਤੇ ਇਹਨੂੰ ਕਿਤੇ ਵੀ ਲੈ ਜਾਂਦੇ ਆਪਾਂ। ਲੇਕਿਨ ਪੈਸਿਆਂ ਦੀ ਟੈਨਸ਼ਨ ਨਹੀਂ ਹੈ ਵੀ ਪੈਸੇ ਕਿੰਨੇ ਲੱਗਣੇ ਕਿੰਨੇ ਨਹੀਂ ਲੱਗਣੇ। ਉਹ ਸਰ ਜਿਹੜਾ ਨਾ ਆਪਾਂ ਹੁਣ ਨਿਸ਼ਤਰੀ ਮਾਸ਼ਾਅੱਲਾ ਰਹੇ ਆ, ਬਹੁਤ ਵੱਡਾ ਹਸਪਤਾਲ ਆ, ਉੱਥੇ ਸਰਜਨ ਸਾਰੇ ਡਾਕਟਰ ਵੱਡੇ ਵੱਡੇ ਬਹਿੰਦੇ ਆ। ਉਹਨਾਂ ਨੇ ਤਕਰੀਬਨ ਉਹਨਾਂ ਨੇ ਇਹੀ ਕਹਿਣਾ ਕਿ ਜਿੰਨੀ ਦੇਰ ਸਰਕੂਲੇਸ਼ਨ ਇਹਦੀ ਦਿਮਾਗ ਵੱਲੋਂ ਬਿਲਕੁਲ ਬਿਹਤਰ ਨਹੀਂ ਨਾ ਹੁੰਦਾ, ਉਨੀ ਦੇਰ ਇਹਦਾ ਕੋਈ ਹੋਰ ਦੂਸਰਾ ਹੱਲ ਨਹੀਂ ਹੋਣਾ। ਕਿਉਂਕਿ ਮਾਸ਼ਾਅੱਲਾ ਬਿਹਤਰੀ ਹੈ, ਅੱਲਾ ਖੈਰ ਕਰੇ ਕਿ ਘਰ 4-5 ਦਿਨ 5 ਦਿਨ ਹੋ ਗਏ ਲਿਆਂਦੇ ਨੇ, ਉਹਦੇ ਚ ਮਾਸ਼ਾਅੱਲਾ ਕਾਫੀ ਬਿਹਤਰੀ ਆਈ ਹੈ। ਹਾਂਜੀ ਤੁਸੀਂ ਇਹਨਾਂ ਦੇ ਘਰ ਦੇ ਫਾਈਨੈਂਸ਼ੀਅਲੀ ਸਮਝਦੇ ਹੋ ਕ੍ਰਾਈਸਿਸ ਨੂੰ? ਹਾਂਜੀ ਇਹਨਾਂ ਦੇ ਕੀ ਘਰੇਲੂ ਹਾਲਾਤ ਆ? ਤੁਸੀਂ ਮਾਮੂ ਇਹਨਾਂ ਦੇ? ਹਾਂਜੀ ਕਿੱਦਾਂ ਇਹਨਾਂ ਦੇ ਘਰ ਦਾ ਚੁੱਲ੍ਹਾ ਕਿੱਦਾਂ ਚੱਲਦਾ ਪਿਆ? ਹੁਣ ਦੀ ਸੂਰਤ ਹਾਲ ਕੀ ਹੈ? ਬਹੁਤ ਜੀ ਹਾਲਾਤ ਲੋਣਾ ਕਿ ਨਾ ਬਸ ਸਮਝ ਲਓ ਕਿ ਜਿਹੜਾ ਨਾ ਆਟਾ ਵੀ ਲਿਆਂਦੇ ਆ ਤਾਂ ਬਸ ਇੱਕ ਦਿਨ ਲਿਆਂਦਾ, 2 ਦਿਨ ਕਾੜ ਲੈ, 2 ਤੀਜੇ ਦਿਨ ਲਿਆਂਦਾ, ਇਦਾਂ ਬਸ ਇਹ ਹਾਲਾਤ ਆ, ਬਹੁਤ ਟਫ ਹਾਲਾਤ ਆ ਇਸ ਟਾਈਮ। ਇਹਦੇ ਵਿੱਚ ਬਜ਼ੁਰਗੋ ਹੁਣ ਦੱਸੋ, ਸਾਨੂੰ ਹੁਕਮ ਲਾਓ ਵੀ ਕੀ ਕਰੀਏ ਅਸੀਂ। ਜਿਵੇਂ ਤੁਹਾਡੀ ਸਲਾਹ ਵਾ ਹੁਣ ਨਹੀਂ ਅਸੀਂ ਤੇ ਇਸ ਲਈ ਜ਼ਿਹਨ ਬਣਾ ਕੇ ਇਹ ਆਏ ਆ ਵੀ ਨਾਲ ਲਿਜਾਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਗਾ, ਕਿਉਂਕਿ ਜਦੋਂ ਉਹਨੇ ਕਿਸੇ ਨੇ ਹੱਥ ਹੀ ਨਹੀਂ ਪਾਉਣਾ ਉਹਨੂੰ ਲੱਤਾਂ ਨੂੰ, ਤੇ ਉਹਦਾ ਲਿਜਾ ਕੇ ਫਿਰਨਾ ਤਾਂ ਉਹ ਵੱਖਰੀ ਗੱਲ ਆ। ਫਿਰ ਅੱਗੇ ਹੁਣ ਤੁਸੀਂ ਇਹਨਾਂ ਦੀਆਂ ਕੋਈ ਰਿਪੋਰਟਾਂ ਵਗੈਰਾ ਸਾਨੂੰ ਦਿਓ। ਨਹੀਂ ਯਾਰ ਰਿਪੋਰਟਾਂ, ਐਕਸ-ਰੇ, MRI, CT ਸਕੈਨ ਜੋ ਵੀ ਹੈ ਸਾਰਾ ਕੁਝ ਦਿਖਾ ਦਿਓ। ਬਹਿ ਜਾਓ ਲੈਣੀਆਂ ਸਾਰੇ ਦੀਆਂ। ਬਹਿ ਜਾਓ। ਉਹ ਇਹਦੇ ਕੋਲ ਮੋਬਾਈਲ ਦੇ ਵਿੱਚ ਹੀ WhatsApp ਹੋਣੇ ਸਾਰੇ, ਤੁਹਾਨੂੰ ਮੋਬਾਈਲ 'ਚ ਸੈਂਡ ਕਰ ਦਿਓ। ਤੁਸੀਂ ਉਹਨਾਂ ਤੋਂ ਇਲਾਵਾ ਕਿਸੇ ਡਾਕਟਰ ਨਾਲ ਕੰਸਲਟ ਕੀਤਾ? ਕਿਸੇ ਹਾਂਜੀ ਦਿਮਾਗ ਵਾਲੇ ਡਾਕਟਰ ਨਾਲ ਕੀਤਾ ਹੋਵੇ? ਇੱਧਰ ਸਾਰੇ ਹਕੀਕਤ ਦਿਮਾਗ ਵਾਲੇ ਡਾਕਟਰਾਂ ਨਾਲ ਜੀ ਇੱਧਰ ਹੀ ਮੇਰਾ ਪੁੱਤ। ਦਿਮਾਗ ਵਾਲੇ ਡਾਕਟਰਾਂ ਨਾਲ ਵੀ ਕੀਤੀਆਂ ਜੀ, ਜਿਹੜੇ ਸੀ ਨਾ ਨਿਊਰੋਲੋਜੀ ਵਾਲੇ, ਉਹਨਾਂ ਨਾਲ ਵੀ ਅਸੀਂ ਗਏ, ਉਹਨਾਂ ਨੇ ਜਵਾਬ ਇੱਕ ਹੀ ਦਿੱਤਾ ਸਾਨੂੰ ਜੀ। ਫਿਰ ਜਿਸ ਦਿਨ ਉਹਨਾਂ ਨੇ ਸਾਨੂੰ ਛੁੱਟੀ ਦਿੱਤੀ ਆ ਨਾ, ਉਸ ਦਿਨ ਆਉਣ ਤੋਂ ਪਹਿਲਾਂ ਮੈਂ ਇੱਕ ਹੈੱਡ ਨਾਲ ਵੀ ਮਿਲਿਆ। ਸਰ ਦੇ ਨਾਲ ਨਾ ਹੈੱਡ ਸਾਹਿਬ ਸੀ, ਉਹ ਉੱਥੇ ਨਿਸ਼ਤਰ ਹਸਪਤਾਲ ਦੇ, ਉਹਨਾਂ ਨਾਲ ਮੈਂ ਮੁਲਾਕਾਤ ਕੀਤੀ। ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਬੱਚੇ ਦੀ। ਫਿਰ ਉਹਨਾਂ ਨੇ ਮੈਨੂੰ ਅੱਗੋਂ ਇਹ ਜਵਾਬ ਦਿੱਤਾ ਕਿ ਮੈਂ ਕਿਹਾ ਜੀ ਸਰ ਜੀ ਸਾਨੂੰ 2 ਹਫ਼ਤੇ ਹੋ ਚੱਲੇ ਛੁੱਟੀ ਦੇ ਰਿਹਾ ਸਰਕਾਰ, ਸਾਨੂੰ ਇਹ ਦੱਸੋ ਕਿ ਸਾਡਾ ਘਰ ਜਾਣਾ ਬਿਹਤਰ ਆ ਜਾਂ ਨਹੀਂ ਬਿਹਤਰ। ਉਹਨਾਂ ਨੇ ਫਿਰ ਅੱਗੋਂ ਮੈਨੂੰ ਗਾਈਡ ਕੀਤਾ, ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਗਾਈਡ ਕੀਤਾ। ਉਹਨਾਂ ਨੇ ਮੈਨੂੰ ਆਖਿਆ ਵੀ ਜੇ ਤੁਸੀਂ ਘਰ ਚਲੇ ਜਾਓ ਬਿਹਤਰ ਆ ਸਾਰਾ। ਤੁਹਾਨੂੰ ਇੰਨਾ ਪਤਾ ਹੈ ਕਿ ਹਸਪੀਟਲ ਦੇ ਜਿਹੜੇ ਜਰਾਸੀਮ ਉਹ ਬਹੁਤ ਤੇਜ਼ ਹੈਗੇ। ਕੋਈ ਇੱਥੇ ਮਰੀਜ਼ ਜਿਹੜਾ ਹੈਗਾ ਕਿ ਉਹ ਕੈਂਸਰ ਵਾਲਾ ਆ ਰਿਹਾ, ਕੋਈ ਫਾਲਜ ਵਾਲਾ ਆ ਰਿਹਾ, ਕੋਈ ਜਿਹੜਾ ਕਿ ਬਹੁਤ ਹੋ ਰਿਹਾ ਇੱਥੇ ਮਰੀਜ਼। ਬੱਚਾ ਉਹਨਾਂ ਨੂੰ ਦੇਖ ਕੇ ਜੀ ਪਰੇਸ਼ਾਨ ਹੋ ਜਾਂਦਾ। ਠੀਕ ਹੈ, ਤੇ ਜਦੋਂ ਇਹਨੂੰ ਤੁਸੀਂ ਘਰ ਲੈ ਕੇ ਜਾਓਗੇ ਨਾ, ਆਪਣੇ ਖਾਨਦਾਨ ਦੇ ਵਿੱਚ ਜਾਏਗਾ, ਖੁਸ਼ ਰਹੇਗਾ। ਇਹਦੀ ਤੁਸੀਂ ਕੇਅਰ ਅੱਛੀ ਕਰ ਸਕੋਗੇ, ਖੁਰਾਕ ਇਹਨੂੰ ਅੱਛੀ ਤੁਸੀਂ ਦੇ ਸਕੋਗੇ। ਇੱਥੇ ਤਾਂ ਕਹਿ ਰਹੇ ਜੀ ਖੁਰਾਕ ਵੀ ਤੁਹਾਨੂੰ ਅੱਛੀ ਨਹੀਂ ਮਿਲ ਰਹੀ। ਮੈਂ ਬਿਲਕੁਲ ਜੀ, ਅਗਰ ਜੂਸ ਵਗੈਰਾ, ਮਿਲਕ ਸ਼ੇਕ ਵਗੈਰਾ ਅਸੀਂ ਬਾਹਰੋਂ ਲੈਣ ਜਾਂਦੇ ਹਾਂ ਜੀ, ਇੱਕ ਤਾਂ ਉਹ ਸਭ ਤੋਂ ਮਹਿੰਗਾ ਮਿਲ ਰਿਹਾ ਉਹਦਾ, ਦੂਸਰਾ ਉਹ ਪੀਣ ਦੇ ਕਾਬਲ ਵੀ ਨਹੀਂ ਹੈ। ਠੀਕ। ਫਿਰ ਉਹਨੇ ਮੈਨੂੰ ਇਹੀ ਗੱਲ ਕੀਤੀ, ਕਹਿੰਦਾ ਤੁਸੀਂ ਘਰ ਹੋਵੋ ਤੇ ਘਰੇ ਤੁਸੀਂ ਇਹਨੂੰ ਮਾਸ਼ਾਅੱਲਾ ਕਿ ਤਾਜ਼ਾ ਫਲਾਂ ਦਾ ਰਸ ਵੀ ਕੱਢ ਕੇ ਦੇ ਸਕਦੇ, ਜਖਣੀ ਵਗੈਰਾ ਅਗਰ ਦੇਣੀ ਉਹ ਵੀ ਤੁਸੀਂ ਤਾਜ਼ਾ 1-2 ਦਫਾ ਬਣਾ ਕੇ ਦੇ ਸਕਦੇ। ਮੈਂ ਕਿਹਾ ਜੀ ਬਿਲਕੁਲ ਠੀਕ ਹੈ। ਫਿਰ ਉਹਨਾਂ ਨੇ ਮੈਨੂੰ ਆਖਿਆ, ਕਹਿੰਦਾ ਇਹਦੇ 'ਚ ਬਿਹਤਰ ਇਹੀ ਹੈ ਕਿ ਤੁਸੀਂ ਇਹ ਤੋਂ ਛੁੱਟੀ ਲੈ ਕੇ ਘਰ ਚਲੇ ਜਾਓ। ਇਹ ਜੀ ਉਸ ਹੈੱਡ ਦਾ ਮਸ਼ਵਰਾ ਸੀ ਮੇਰੇ ਵਾਸਤੇ। ਠੀਕ ਹੈ। ਫਿਰ ਅਸੀਂ ਜਾ ਕੇ ਉੱਥੋਂ ਛੁੱਟੀ ਲਈਏ, ਲੈ ਕੇ ਅਸੀਂ ਫਿਰ ਵਾਪਸ ਆ ਗਏ ਘਰ। ਜਿੱਦਣ ਦੇ ਅਸੀਂ ਘਰ ਆਏ ਆ ਮਾਸ਼ਾਅੱਲਾ, ਉਸ ਦਿਨ ਇਹ ਵੀ ਹੱਥ ਜਿਹੜਾ ਇਹਦਾ ਐਡਾ ਹਰਕਤ ਨਹੀਂ ਸੀ ਕਰ ਰਿਹਾ। ਹੁਣ ਤਾਂ ਮਾਸ਼ਾਅੱਲਾ ਵਾਹ ਇਹ ਵੀ ਹੱਥ ਇਹਦਾ ਹਰਕਤ ਨਹੀਂ ਸੀ ਕਰ ਰਿਹਾ। ਹੁਣ ਇਹਦੇ ਹੱਥ ਦੇ ਵਿੱਚ ਅਗਰ ਮੋਬਾਈਲ ਵਗੈਰਾ ਪਕੜਾ ਦਿੰਦੇ ਆ, ਮੋਬਾਈਲ ਵਗੈਰਾ ਪਕੜਾ ਕੇ ਮਾਸ਼ਾਅੱਲਾ ਉਹਨੂੰ ਚਲਾਉਂਦਾ ਵਾ ਆਪਣੀਆਂ ਉਂਗਲੀਆਂ ਦੇ ਨਾਲ। ਦਿਓ ਤਾਂ ਭਲਾ। ਠੀਕ ਹੈ। ਜਿਸ ਟਾਈਮ ਥੋੜੀ ਦੇਰ ਪਕੜੀ ਰੱਖਦਾ ਨਾ, ਉਸ ਤੋਂ ਬਾਅਦ ਫਿਰ ਇਹ ਚਲਾਉਣਾ ਸ਼ੁਰੂ ਕਰ ਦਿੰਦਾ ਮਾਸ਼ਾਅੱਲਾ ਜੀ। ਉਸ ਤੋਂ ਬਾਅਦ ਫਿਰ ਇਹਦਾ ਪਾਸਾ ਇਹਦਾ ਦਬਾ ਦਿੰਦੇ ਆ, ਆਰਾਮ ਨਾਲ ਪਿਆ ਰਹਿੰਦਾ ਮਾਸ਼ਾਅੱਲਾ ਜੀ। ਕੋਈ ਸ਼ਾਇਦ ਚਾਹੀਦੀ ਮਾੜਾ ਮੋਟਾ ਇਸ਼ਾਰਾ ਵੀ ਕਰ ਲੈਂਦਾ ਕਿਸੇ ਟਾਈਮ ਤੇ ਸਾਨੂੰ। ਠੀਕ ਹੈ, ਵੀ ਘਰ ਲੈ ਕੇ ਆਉਣ ਦੇ ਵਿੱਚ ਮਾਸ਼ਾਅੱਲਾ ਸਾਨੂੰ ਇਹਦੇ 'ਚ ਬੜੀ ਬਿਹਤਰੀ ਨਜ਼ਰ ਆਈ। ਡਾਕਟਰਾਂ ਨੇ ਇਹੀ ਚਲਾ ਕੇ ਵਿਖਾ, ਇਹ ਚਲਾ ਕੇ ਵਿਖਾ, ਚਲਾ ਕੇ ਵਿਖਾ, ਚਲਾ ਮੇਰਾ ਪੁੱਤ, ਚਲਾ ਕੇ ਵਿਖਾ ਮੇਰਾ, ਚਲਾ ਇਹਨੂੰ, ਚਲਾ ਇਹਨੂੰ। ਉਹ ਕਰ ਰਿਹਾ ਮੂੰਹ ਅੰਗੂਠੇ। ਹਾਂਜੀ, ਪਹਿਲੇ ਤਾਂ ਕੋਈ ਵੀ ਚੀਜ਼ ਹੱਥ ਦੇ ਵਿੱਚ ਨਹੀਂ ਸੀ ਪਕੜਦਾ ਹੈਗਾ ਜੀ। ਬੇਟਾ ਆਹ ਹੱਥ ਦਿਖਾਉਣਾ, ਆਹ ਹੱਥ ਦਿਖਾਉਣਾ ਨਾ। ਚਲਾ ਇਹਦੀ ਬ੍ਰੇਕ ਖੋਲ ਇਹਦੀ ਪੁੱਤ। ਇਹ ਮੋਬਾਈਲ ਇਹਦੇ ਵਾਲਾ ਨਹੀਂ। ਆਨ ਕਰ, ਆਨ ਕਰ।
ਹੋ ਜਾਏਗਾ ਇਨਸ਼ਾਅੱਲਾ, ਅੱਲਾਹ ਪਾਕ ਬਿਹਤਰੀ ਕਰੇਗਾ ਇਨਸ਼ਾਅੱਲਾ। ਡਾਕਟਰਾਂ ਨੇ ਜੀ ਇਹੀ ਆਖਿਆ ਕਿ ਜਿਸ ਟਾਈਮ ਤੇ ਮਾਸ਼ਾਅੱਲਾ ਬਿਲਕੁਲ ਹੋਸ਼ 'ਚ ਆ ਗਿਆ, ਇਹ ਬੋਲਣ ਲੱਗ ਗਿਆ, ਆਪਾਂ ਨੂੰ ਹੱਥ ਦਾ ਇਸ਼ਾਰਾ ਕਰਨ ਲੱਗ ਗਿਆ, ਸਭ ਕੁਝ ਇਹਦਾ ਸੈੱਟ ਹੋ ਗਿਆ। ਫਿਰ ਤੁਸੀਂ 1 ਤੋਂ 2 ਦਿਨ ਬਾਅਦ ਦੁਬਾਰਾ ਹਸਪੀਟਲ ਲੈ ਆਣਾ, ਇਹਦਾ ਲੱਤਾਂ ਦਾ ਆਪਰੇਸ਼ਨ ਹੋ ਜਾਏਗਾ ਜੀ ਮਾਸ਼ਾਅੱਲਾ। ਹਾਂਜੀ, ਇਹਦੀਆਂ ਸਾਰੀਆਂ ਸੀਟੀ ਸਕੈਨ, ਐਕਸ-ਰੇ, MRI ਰਿਪੋਰਟਾਂ ਇਹਦੀਆਂ ਸਾਰੀਆਂ ਆਪਣੇ ਕੋਲ। ਅੱਛਾ, ਇਹਦੇ ਇਲਾਜ ਮੁਆਲਜੇ ਤੇ ਐਕਸਪੈਂਸ ਕੀ ਆਉਣੇ ਜਾਂ ਸਰਕਾਰੀ ਹੋ ਰਿਹਾ ਸਾਰਾ? ਫਿਲਹਾਲ ਜੀ ਕੁਛ ਉੱਥੇ ਸਰਕਾਰੀ ਹੋ ਰਿਹਾ ਸੀ, ਕੁਛ ਜਿਹੜਾ ਸੀ ਆਪਣਾ ਸੀ। ਰਿਪੋਰਟਾਂ ਵਗੈਰਾ ਜਿਹੜੀਆਂ ਸੀ ਉਹ ਬਾਹਰ ਪ੍ਰਾਈਵੇਟ ਹੀ ਹੋ ਰਹੀਆਂ ਸੀ ਉਹਨਾਂ ਦੀ। ਅੱਛਾ ਬਾਕੀ ਜੋ ਕਿ ਮੈਡੀਸਨ ਅੰਦਰੋਂ ਵਗੈਰਾ ਲਗਾ ਰਹੇ ਸੀ ਉਹ ਉਹਨਾਂ ਦੀ ਤਰਫੋਂ ਸੀ। ਠੀਕ ਜਿਸ ਦਿਨ ਆਏ ਆ ਉਹਨਾਂ ਨੇ ਮੈਡੀਸਨ ਲਿਖ ਕੇ ਦੇ ਦਿੱਤੀ ਸੀ, ਉਹ ਫਿਰ ਮੈਡੀਸਨ ਬਾਹਰੋਂ ਆ ਕੇ ਲੈਣੀ ਪਈ ਸਾਨੂੰ। ਠੀਕ ਹੈ। ਹਾਂਜੀ ਚਲੋ ਅਸੀਂ ਨਾ ਜ਼ੇਨ ਇਹ ਬਣਾ ਕੇ ਵੀਰੇ ਆਏ ਸੀ ਕਿ ਅਸੀਂ ਐਂਬੂਲੈਂਸ ਹੀ ਸਾਡੇ ਕੋਲ ਹੀ ਸੀ, ਹਾਂਜੀ ਅਸੀਂ ਇਸੇ ਤਿਆਰੀ ਚ ਆਏ ਸੀ ਵੀ ਅਸੀਂ ਬੱਚੇ ਨੂੰ ਲੈ ਜਾਾਂਗੇ, ਜੀ ਜੀ ਲਿਜਾ ਕੇ ਇਹਦਾ ਜੋ ਵੀ ਹੈਗਾ ਅਗਲਾ ਸਿਸਟਮ ਪ੍ਰੋਸੀਜਰ ਉਹ ਕਰਵਾਉਣੇ ਆ। ਜੀ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਬਿਹਤਰ ਲੱਗਦਾ, ਠੀਕ ਆ, ਤੇ ਅਸੀਂ ਵੀ ਹੋਲਡ ਕਰ ਲੈਂਦੇ ਇਸ ਚੀਜ਼ ਨੂੰ, ਤੇ ਬਾਕੀ ਤੁਸੀਂ ਸਾਨੂੰ ਇਹਦੇ ਲਈ ਅਪਡੇਟ ਕਰਦਿਆਂ ਰਹਿਣਾ, ਠੀਕ ਆ। ਸਰ ਤੁਸੀਂ ਨੰਬਰ ਮੈਨੂੰ ਦੇ ਦੇਣਾ, ਮੈਂ ਅਸੀਂ ਨੰਬਰ ਵੀ ਤੁਹਾਨੂੰ ਦੇ ਕੇ ਜਾਂਦੇ ਆ, ਸਾਰੀ ਹਿਸਟਰੀ ਦੇ ਕੇ ਜਾਂਦੇ ਆ, ਤੇ ਬਾਕੀ ਇਹਨਾਂ ਦੀ ਸਾਰੀ ਡਿਟੇਲ ਜਿਹੜੀ ਆ ਉਹਦੀਆਂ ਪਿਕਚਰਾਂ ਵਗੈਰਾ, ਟੈਸਟਾਂ, ਰਿਪੋਰਟਾਂ ਦੀਆਂ ਹਰ ਸ਼ਾ ਲੈ ਲੈਂਦੇ ਆ। ਜ਼ਾਹਦ ਮੇਰਾ ਬੈਗ ਲੈ ਕੇ ਆਈ। ਤੇਰੇ ਕੋਲ ਮੋਬਾਈਲ ਦੇ WhatsApp